ਤਾਂ ਇਹ ਬੰਦਾ ਦੁਬਈ ਤੋਂ ਆਪਣੀ ਨੌਕਰੀ ਛੱਡ ਕੇ ਇੱਕ ਚੰਗੀ ਖਾਸੀ ਨੌਕਰੀ ਛੱਡ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਇਆ। ਦੁਬਈ ਦੇ ਵਿੱਚ ਤੁਸੀਂ ਵੈਲ ਸੈਟਲ ਸੀ, ਸਭ ਕੁਝ ਛੱਡ ਕੇ ਇਸ ਸੰਘਰਸ਼ ਦਾ ਹਿੱਸਾ ਬਣਿਓ। ਅੱਜ ਦੇਗੇ ਦੇ ਉੱਤੇ ਤੁਸੀਂ ਖੜੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਿਹਾਸ ਵਿੱਚ ਲਿਖਿਆ ਕਿ ਗਨੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਕਹੇ ਮੇਰੇ ਪੁੱਤ ਹੈ। ਔਰ ਕਈ ਵਾਰੀ ਦੇਖੀ ਤੇ ਮੋਦੀ ਨੇ ਸ਼ਾਇਦ ਥੋੜਾ ਜਿਹਾ ਚੰਗਾ ਵੀ ਕਰਤਾ, ਇਹਨਾਂ ਨਾਲ ਅਸੀਂ ਇਕੱਠੇ ਜ਼ਰੂਰ ਹੋ ਗਏ। ਇਕੱਤਰਤਾ ਪ੍ਰੇਮ ਪਿਆਰ ਸਾਡਾ ਪੈਦਾ ਹੋਇਆ। ਭਾਜੀ ਮੈਂ ਬਿੱਲਾ ਆਖਿਆ ਗੁਰਸ਼ਬਦ ਆਖਿਆ ਇੱਥੇ ਜੋ ਮਰਜ਼ੀ ਕਹੋ ਜੀ, ਵੈਸੇ ਤਾਂ ਇੱਥੇ ਗੁਰਸ਼ਬਦ ਹੀ ਕਹੋ ਕਿਉਂਕਿ ਇੱਥੇ ਅਸੀਂ ਬਿਲਕੁਲ ਪਿਓਰ ਹੋ ਕੇ ਆਏ ਆ, ਕੋਈ ਕਰੈਕਟਰ ਨਹੀਂ ਆ। ਇਹ ਸਾਡੇ ਜਿਹੜੇ ਅੰਦਰ ਚੀਜ਼ਾਂ ਵਸਦੀਆਂ ਨੇ ਉਹ ਲੈ ਕੇ ਆਏ ਆ। ਉੱਥੇ ਸ਼ੰਭੂ ਬੈਰੀਅਰ ਦੇ ਉੱਪਰ ਹੀ ਬੁਛਾਰਾਂ ਪਾਣੀ ਦੀਆਂ ਨਾ ਰੋਕਿਆ ਗਿਆ ਔਰ ਉਹਦੇ 'ਚ ਸੜਕਾਂ ਪੁੱਟ ਦਿੱਤੀਆਂ ਗਈਆਂ, ਬੈਰੀਕੇਡਸ ਲਗਾਏ ਗਏ। ਤਾਂ ਉਸ ਟਾਈਮ ਮਹਿਸੂਸ ਹੋਇਆ ਕਿ ਯਾਰ ਅੱਜ ਘਰ ਨਹੀਂ ਬੈਠਣਾ। ਉਸੇ ਦਿਨ ਅਸੀਂ ਆਏ, ਬਲਕਿ ਪਹਿਲੇ ਦਿਨ ਜਦੋਂ ਇੱਥੇ ਸਾਡੇ ਤੇ ਆਸੂ ਗੈਸ ਦੇ ਉਸ ਟਾਈਮ ਇਹਨਾਂ ਨੇ ਪਹਿਲਾਂ ਫਾਇਰ ਕੀਤੇ ਨੇ, ਔਨ ਸਾਰ ਜਿਹੜਾ ਸਵਾਗਤ ਕੀਤਾ ਗਿਆ ਸੀ ਦਿੱਲੀ ਪੁਲਿਸ ਤੋਂ, ਉਹਦੇ ਫੁੱਲ ਬਰਸਾਏ ਗਏ ਜੋ ਸਾਡੇ ਤੇ ਵੀ ਪਏ ਨੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਅਸੀਂ ਮੋਰਚੇ ਦੇ ਉੱਤੇ ਪਹੁੰਚੇ ਹੋਏ ਹਾਂ, ਸੰਘੂ ਬਾਰਡਰ ਮੋਰਚੇ ਦੇ ਉੱਤੇ ਪਹੁੰਚੇ ਹੋਏ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਬੜੀਆਂ ਵਿਲੱਖਣ ਤਸਵੀਰਾਂ ਇਸ ਵੇਲੇ ਦਿਖ ਰਹੀਆਂ ਨੇ। ਦਿੱਲੀ ਕਿਸਾਨ ਮੋਰਚੇ ਲਈ ਲੰਗਰ ਸੇਵਾ ਮੁਸਲਿਮ ਫੈਡਰੇਸ਼ਨ ਆਫ ਪੰਜਾਬ, ਉਹ ਤਸਵੀਰਾਂ ਜਿਸ ਨੂੰ ਦੇਖ ਕੇ ਇੱਥੇ ਆਉਣ ਵਾਲਾ ਹਰੇਕ ਸ਼ਖਸ ਕਾਫੀ ਭਾਵੁਕ ਹੋ ਜਾਂਦਾ ਹੈ। ਔਰ 47 ਤੋਂ ਪਹਿਲਾਂ ਦੀ ਉਹ ਤਸਵੀਰ, ਜਿਹੜੀ ਤਸਵੀਰ ਸਾਡੇ ਦਾਦੇ ਪੜਦਾਦੇ, ਸਾਡੇ ਨੱਕੜ ਦਾਦੇ ਜਦੋਂ ਗਲਵੱਕੜੀਆਂ ਪਾਉਂਦੇ ਸੀ, ਜਦੋਂ ਇਕੱਠੇ ਸੋਗ ਮਨਾਉਂਦੇ ਸੀ, ਇਕੱਠੇ ਸੰਘਰਸ਼ ਕਰਦੇ ਸੀ, ਇਕੱਠੇ ਖੁਸ਼ੀਆਂ ਮਨਾਉਂਦੇ ਸੀ, ਉਹ ਤਸਵੀਰਾਂ ਇੱਕ ਵਾਰ ਫੇਰ ਜ਼ਿੰਦਾ ਕੀਤੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਪੰਜਾਬੀ ਫਿਲਮਾਂ ਦੇ ਕਲਾਕਾਰ ਉਹ ਵੀ ਇਸ ਮੰਚ ਦੇ ਉੱਤੇ ਸੇਵਾ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਚੱਲ ਮੇਰਾ ਪੁੱਤ 1 ਤੇ ਚੱਲ ਮੇਰਾ ਪੁੱਤ ਦਾ ਦੂਸਰੇ ਪਾਰਟ ਵਾਲਾ ਬਿੱਲਾ, ਜਿਸ ਦੇ ਬਿੱਲੇ ਦੇ ਤੌਰ ਤੇ ਬੜਾ ਮਸ਼ਹੂਰ ਕਰੈਕਟਰ ਹੋਇਆ ਗੁਰਸ਼ਬਦ, ਉਹ ਵੀ ਇਸ ਥਾਂ ਤੇ ਹੈ। ਫੈਡਰੇਸ਼ਨ ਦੇ ਪ੍ਰਧਾਨ ਮੁਬੀਨ ਫਾਰੂਕੀ ਵੀ ਇੱਥੇ ਨੇ, ਤੇ ਸਾਡੇ ਜਿਹੜੇ ਸਿੱਖ ਭਰਾ ਨੇ, ਕਿਸਾਨ ਭਰਾ ਨੇ, ਉਹ ਵੀ ਇੱਥੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਪਹਿਲਾਂ ਗੱਲਬਾਤ ਆਪਾਂ ਸਿੱਖ ਭਾਈਚਾਰੇ ਨਾਲ ਕਰ ਲੈਂਦੇ ਆ। ਕੀ ਨਾਂ ਹੈ ਸਰਦਾਰ ਸਾਹਿਬ? ਰਿਸ਼ਪਾਲ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਜੀ। ਖਾਲਸਾ ਜੀ, ਇਹ ਦੱਸੋ ਤੁਹਾਨੂੰ ਲੱਗਦਾ ਸੀ ਕਦੇ ਇਹੋ ਜਿਹਾ ਮਾਹੌਲ ਮੋਰਚਿਆਂ ਦੇ ਉੱਤੇ ਕਿ ਸਾਰਿਆਂ ਦੇ ਜਦੋਂ ਜ਼ਿਹਨ ਕੌੜੇ ਹੋਏ ਨੇ ਕੇਂਦਰ ਸਰਕਾਰ ਖਿਲਾਫ, ਮੁਸਲਮਾਨ ਭਾਈਚਾਰਾ ਮਿਠਾਸ ਘੋਲ ਰਿਹਾ? ਬਹੁਤ ਖੁਸ਼ੀ ਦੀ ਗੱਲ ਆ ਜੀ, ਵੀ ਬੜੀ ਵੱਡੀ ਮਿਠਾਸ ਘੋਲਿਆ, ਇਹ 'ਚ ਕੋਈ ਦੋ ਰਹਿਵਾ ਨਹੀਂ। ਔਰ ਕਈ ਵਾਰੀ ਦੇਖੀ ਤੇ ਮੋਦੀ ਨੇ ਸ਼ਾਇਦ ਥੋੜਾ ਜਿਹਾ ਚੰਗਾ ਵੀ ਕਰਤਾ, ਇਹਨਾਂ ਨਾਲ ਅਸੀਂ ਇਕੱਠੇ ਜ਼ਰੂਰ ਹੋ ਗਏ। ਇਕੱਤਰਤਾ ਪ੍ਰੇਮ ਪਿਆਰ ਸਾਡਾ ਪੈਦਾ ਹੋਇਆ। ਨਹੀਂ ਤਾਂ ਇਹ ਸੁੱਤੇ ਪਏ ਸੀ ਵੀ ਬਹੁਤ ਸਾਨੂੰ ਸੁੱਖ ਮਿਲ ਰਿਹਾ, ਪਰ ਇਹ ਜਦੋਂ ਬਿੱਲ ਆਉਣ ਤੋਂ ਬਾਅਦ ਹੀ ਸਾਨੂੰ ਜਾਗ ਆਈ। ਔਰ ਜਦੋਂ ਫਿਰ ਸਾਨੂੰ ਸਾਰਿਆਂ ਨੂੰ ਜਾਗ ਆਈ ਤੇ ਸਾਰਿਆਂ ਨੇ ਆਪੋ ਆਪਣੇ ਮੋਰਚਿਆਂ ਤੇ ਸੰਭਾਲ ਕੀਤੀ। ਔਰ ਫਿਰ ਮੋਰਚਾ ਸੰਭਾਲਦੇ ਜਿੱਥੇ ਇਹਨਾਂ ਭਾਈ ਸਾਹਿਬ ਹੋਰਾਂ ਦੀ ਸਾਰਿਆਂ ਦੀ ਸੇਵਾ ਹੈ, ਸਾਰਿਆਂ ਨੇ ਫਿਰ ਉੱਠ ਕੇ ਆਪਣੇ ਹੱਕਾਂ ਦੇ ਲਈ ਇਹਨਾਂ ਨੇ ਆਵਾਜ਼ ਉਠਾਈ ਹੈ। ਔਰ ਇਹ ਜਿਹੜੀ ਆਵਾਜ਼ ਹੈ ਮੋਦੀ ਸਾਹਿਬ ਦੇ ਕੰਨਾਂ ਤੱਕ ਤਾਂ ਰੋਜ਼ ਜਾਂਦੀ ਹੈ ਵੀ ਮਨ ਕੀ ਬਾਤ, ਮਨ ਕੀ ਬਾਤ। ਤੇ ਹੁਣ ਇਹਨਾਂ ਦੀ ਮਨ ਦੀ ਬਾਤ ਸੁਣੋ ਨਾ, ਮਨ ਕੀ ਬਾਤ ਆਪਦੀ ਤੋਂ ਚੱਲੇਗੀ ਤੇਰੀ। ਔਰ ਇਸੇ ਤਰ੍ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਦੇਖੋ ਮੁਸਲਮਾਨ ਸਾਡੇ ਵੱਡੇ ਭਰਾ ਨੇ, ਸਾਡੇ ਨਾਲ ਮੋਢਾ ਲਾ ਕੇ ਮੋਢਾ ਇਤਿਹਾਸ ਨੂੰ ਵੇਖੀਏ ਤਾਂ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਿਹਾਸ ਵਿੱਚ ਲਿਖਿਆ ਕਿ ਗਨੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਕਹੇ ਮੇਰੇ ਪੁੱਤ ਹੈ। ਔਰ ਇਤਿਹਾਸ ਵਿੱਚ ਤੁਸੀਂ ਵੇਖੋਗੇ ਇੰਨਾ ਪਿਆਰ ਦਿੱਤਾ। ਜੇ ਪੀਰ ਬੁੱਧੂ ਸ਼ਾਹ ਦੇ ਇਤਿਹਾਸ ਨੂੰ ਵੇਖੀਏ ਤਾਂ ਉਹਨੇ ਸਭ ਕੁਝ ਕੁਰਬਾਨ ਕਰਤਾ। ਅੱਜ ਸਾਨੂੰ ਉਸੇ ਤਰ੍ਹਾਂ ਇਤਿਹਾਸ ਫੇਰ ਦੁਹਰਾ ਰਿਹਾ ਹੈ, ਉਸੇ ਤਰ੍ਹਾਂ ਸਾਨੂੰ ਪਿਆਰ। ਸਾਂਝਾਂ ਤਾਂ ਖਾਲਸਾ ਜੀ ਸਾਡੀਆਂ ਬਣੀਆਂ ਹੋਈਆਂ ਨੇ। ਇਹ ਸਾਂਝਾਂ ਤਾਂ ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਵੇਲੇ ਦੀ ਨੇ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਂਝਾਂ ਇਸੇ ਤਰੀਕੇ ਨਾਲ ਬਰਕਰਾਰ ਬਣੀਆਂ ਰਹਿਣ। ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਜਿਹੜਾ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਮਲੇਰਕੋਟਲੇ ਦੇ ਭਾਈਚਾਰੇ ਵੱਲੋਂ 2 ਲੰਗਰ ਨੇ ਜਿਹੜੇ ਇਸ ਵੇਲੇ ਇਸ ਮੋਰਚੇ ਦੇ ਵਿੱਚ ਲਗਾਏ ਗਏ ਨੇ। ਇੱਕ ਮੋਰਚੇ ਦੇ ਬਿਲਕੁਲ ਨੇੜੇ ਜਿਹੜਾ ਸਟੇਜ ਦੇ ਬਿਲਕੁਲ ਸਾਹਮਣੇ ਲਗਾਇਆ ਗਿਆ, ਔਰ ਦੂਸਰਾ ਮੋਰਚਾ ਜਿਹੜਾ ਉਹ ਜਦੋਂ ਸ਼ੁਰੂ ਹੁੰਦਾ ਹੈ ਖਾਤਮੇ ਦੇ ਉੱਤੇ, ਉੱਥੇ ਵੀ ਇੱਕ ਜਿਹੜੀ ਲੰਗਰ ਦੀ ਸੇਵਾ ਮੁਸਲਮਾਨ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਹੈ। ਸਾਡੇ ਨਾਲ ਇੱਥੇ ਸੇਵਾ ਕਰ ਰਹੇ ਗੁਰਸ਼ਬਦ ਨੇ ਬਿੱਲਾ, ਜਿਹੜਾ ਭਾਜੀ ਮੈਂ ਬਿੱਲਾ ਆਖਿਆ ਗੁਰਸ਼ਬਦ ਆਖਿਆ ਇੱਥੇ? ਜੋ ਮਰਜ਼ੀ ਕਹੋ ਜੀ, ਵੈਸੇ ਤਾਂ ਇੱਥੇ ਗੁਰਸ਼ਬਦ ਹੀ ਕਹੋ ਕਿਉਂਕਿ ਇੱਥੇ ਅਸੀਂ ਬਿਲਕੁਲ ਪਿਓਰ ਹੋ ਕੇ ਆਏ ਆ, ਕੋਈ ਕਰੈਕਟਰ ਨਹੀਂ ਆ। ਇਹ ਸਾਡੇ ਜਿਹੜੇ ਅੰਦਰ ਚੀਜ਼ਾਂ ਵਸਦੀਆਂ ਨੇ ਉਹ ਲੈ ਕੇ ਆਏ ਆ। ਕਿਉਂਕਿ ਜਦੋਂ ਗੱਲ ਸੰਘਰਸ਼ ਦੀ ਆਉਂਦੀ ਆ, ਜਦੋਂ ਗੱਲ ਮੋਰਚੇ ਦੀ ਆਉਂਦੀ ਆ, ਤੇ ਸਾਨੂੰ ਹਮੇਸ਼ਾ ਰਹਿੰਦਾ ਕਿ ਅਸੀਂ ਵੱਧ ਚੜ੍ਹ ਕੇ ਹਿੱਸਾ ਪਾਈਏ, ਕਿਉਂਕਿ ਅਸੀਂ ਉਹ ਚੀਜ਼ ਸਿੱਖੀ ਆ। ਕਿਉਂਕਿ ਸਾਂਝ ਸਲਾਮਤ ਰਹਿਣੀ ਬੜੀ ਜ਼ਰੂਰੀ ਹੈ। ਅਸੀਂ ਤੁਸੀਂ ਸਾਡੀਆਂ ਫਿਲਮਾਂ 'ਚ ਵੇਖਿਆ ਹੋਊਗਾ, ਅਸੀਂ ਹਮੇਸ਼ਾ ਸਾਂਝ ਦੀਆਂ ਗੱਲਾਂ ਕਰਦੇ ਹਾਂ। ਸੋ ਸਾਂਝ ਹਮੇਸ਼ਾ ਸਲਾਮਤ ਰਹੂਗੀ ਤੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹੂਗਾ। ਤੇ ਗੁਰਸ਼ਬਦ
ਤੁਸੀਂ ਮੀਡੀਆ ਨੂੰ ਵੀ ਬੜੇ ਤਰੀਕੇ ਨਾਲ, ਬਹੁਤ ਡੂੰਘੀ ਸਮਝ ਹੈਗੀ ਤੁਹਾਡੀ ਮੀਡੀਆ ਪ੍ਰਤੀ, ਤੁਹਾਡੀ ਫਿਲਮਾਂ ਪ੍ਰਤੀ ਵੀ ਬੜੀ ਡੂੰਘੀ ਸਮਝ ਹੈਗੀ ਹੈ। ਕਿਸ ਤਰੀਕੇ ਨਾਲ ਇਸ ਪ੍ਰੋਟੈਸਟ ਨੂੰ ਦੇਖਦੇ ਹੋ ਸਾਰੇ ਨੂੰ? ਇਹ ਜੀ ਇੱਕ ਮੈਨੂੰ ਲੱਗਦਾ ਕਿ ਬਹੁਤ ਵੱਡੀ ਪਲਟਾ ਆ, ਬੇਸਿਕਲੀ ਬਹੁਤ ਵੱਡਾ ਇਤਿਹਾਸ 'ਚ ਇੱਕ ਪਲਟਾ ਵੱਜੂਗਾ ਜਿਹੜਾ ਕਿ ਦੁਨੀਆ ਇਤਿਹਾਸ ਬਣਦਾ ਵੇਖੂਗੀ। ਔਰ ਇਹ ਜਿਹੜਾ ਲੋਕ ਉੱਠੇ ਨੇ, ਇਹਨੂੰ ਬਹੁਤ ਸਾਰੀਆਂ ਰੰਗਤਾਂ ਵੀ ਦਿੱਤੀਆਂ ਜਾਣਗੀਆਂ। ਇਹਨੂੰ ਧਰਮ ਦੀ ਰੰਗਤ ਵੀ ਦਿੱਤੀ ਜਾਊਗੀ ਕਿ ਫਲਾਣਾ, ਇਹਨੂੰ ਬਹੁਤ ਚੀਜ਼ਾਂ ਇਹਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਪਰ ਅਜੇ ਤੱਕ ਸਾਡਾ ਜਿਹੜਾ ਇੱਕ ਯੂਨਾਈਟ ਹੋਣਾ ਉਹ ਬਹੁਤ ਵੱਡਾ ਰੋਲ ਨਿਭਾ ਰਿਹਾ। ਤੁਸੀਂ ਫਿਲਮ ਦੇ ਵਿੱਚ ਵੀ ਜਿਹੜੇ ਸਾਡੇ ਪਾਕਿਸਤਾਨੀ ਕਲਾਕਾਰ ਹੈਗੇ ਉਹਨਾਂ ਨਾਲ ਬੜੀ ਤੁਹਾਡੀ ਜਿਹੜੀ ਜੰਮੀ ਹੈ, ਜੋੜੀ ਬੜੀ ਜੰਮੀ ਹੈ, ਤੇ ਇੱਥੇ ਵੀ ਤੁਸੀਂ ਜੋੜੀ ਜਮਾ ਰਹੇ ਹੋ। ਬਿਲਕੁਲ ਜੀ, ਆ ਸਾਡੀ ਜੋੜੀ ਹੈ ਸ਼ੁਰੂ ਤੋਂ। ਸਾਡੇ ਦਾਦੇ ਪੜਦਾਦੇ ਇਹ ਸਾਰੇ ਇਕੱਠੇ ਪਲੇ ਨੇ, ਜੋ ਵੀ ਹਿੰਦੂ ਮੁਸਲਿਮ ਸਿੱਖ ਸਭ ਇਕੱਠੇ ਪਲੇ ਨੇ। ਸੋ ਇਹ ਸਾਰੀਆਂ ਸਾਂਝਾਂ ਤੋੜਨ ਦੀ ਕੋਸ਼ਿਸ਼ ਜਿਹੜੀ ਉਹ ਕੱਲੀਆਂ ਸਰਕਾਰਾਂ ਹੀ ਕਰਦੀ, ਸਾਡੇ ਮਨਾਂ 'ਚ ਤੇ ਬਹੁਤ ਪਿਆਰ ਆ। ਲੋਕੀ ਤੇ ਐਵੇਂ ਹੀ ਆਹ ਲੰਗਰ ਇੱਥੇ ਵਰਤ ਰਿਹਾ ਤੇ ਲੰਗਰ ਉੱਥੇ ਵਰਤ ਰਿਹਾ, ਸੋ ਇੱਕੋ ਹੀ ਗੱਲ ਆ ਸਾਡੀ। ਜੀ ਸੋ ਬਹੁਤ ਬਹੁਤ ਸ਼ੁਕਰੀਆ ਗੁਰਸ਼ਬਦ, ਤੁਸੀਂ ਸੇਵਾ ਕਰ ਰਹੇ ਹੋ। ਔਰ ਮੈਨੂੰ ਲੱਗਦਾ ਹੈ ਕਿ ਜੇਕਰ ਤੁਹਾਡੇ ਵਾਂਗ ਹਰੇਕ ਕਲਾਕਾਰ ਆਪਾ ਮਾਰ ਕੇ, ਕਲਾਕਾਰ ਵਾਲਾ ਆਪਾ ਮਾਰ ਕੇ ਇੱਥੇ ਬਤੌਰ ਪੰਜਾਬੀ ਇੱਥੇ ਆਵੇ ਤੇ ਹੋਰ ਜ਼ਿਆਦਾ ਹੁਲਾਰਾ ਮਿਲੇਗਾ। ਸਾਰੇ ਪਹੁੰਚ ਰਹੇ ਨੇ, ਸਾਰੇ ਕਲਾਕਾਰ ਵੀਰ ਪਹੁੰਚ ਰਹੇ ਨੇ, ਸਾਰੇ ਹੀ ਕੋਈ ਫਿਲਮ ਇੰਡਸਟਰੀ ਜੁੜਿਆ ਸਭ ਪਹੁੰਚ ਰਹੇ ਨੇ, ਕਿਉਂਕਿ ਇਹ ਗੱਲ ਕਿਸਾਨ ਦੀ ਆ ਤੇ ਸਾਰੇ ਕਿਸਾਨ ਦੇ ਪੁੱਤ ਨੇ ਤੇ ਸਾਰਿਆਂ ਨੂੰ ਕਿਸਾਨ ਪਾਲਦਾ। ਅੰਨਦਾਤਾ ਦੀ ਜਦੋਂ ਗੱਲ ਹੋਊਗੀ ਨਾ, ਅੰਨਦਾਤਾ ਫਿਰ ਵਿਧਾਤਾ ਤੋਂ ਬਾਅਦ ਆਂਦਾ ਹੀ ਆ। ਸੋ ਬਹੁਤ ਬਹੁਤ ਸ਼ੁਕਰੀਆ ਗੁਰਸ਼ਬਦ। ਸੋ ਸਾਡੇ ਨਾਲ ਇਸ ਲੰਗਰ ਨੂੰ ਲਗਾਉਣ ਵਾਲੇ, ਇਸ ਲੰਗਰ ਨੂੰ ਚਲਾਉਣ ਵਾਲੇ ਮੁਬੀਨ ਫਾਰੂਕੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਲੇਰਕੋਟਲੇ ਤੋਂ ਆਏ ਨੇ, 300 ਕਿਲੋਮੀਟਰ ਚੱਲ ਕੇ ਆਏ ਨੇ। ਕੀ ਸੋਚ ਲੈ ਕੇ ਆਏ ਨੇ ਇੱਥੇ? ਮੁਬੀਨ ਸਾਹਿਬ, ਕੀ ਸੋਚ ਲੈ ਕੇ ਆਏ ਹੋ ਇੱਥੇ? ਮੇਰੀ ਪੰਜਾਬੀ ਹੋਣ ਦੇ ਨਾਤੇ ਜਦੋਂ ਪੰਜਾਬੀਆਂ ਨੇ ਇੱਕ ਸ਼ੁਰੂਆਤ ਕੀਤੀ ਹੈ ਇੱਕ ਲਹਿਰ ਦੀ, ਸੰਘਰਸ਼ ਦੀ, ਔਰ ਗਰੀਬ ਲੋਕਾਂ ਦੀ ਜਿਹੜੀ ਥਾਲੀ 'ਚ ਰੋਟੀ ਖਾਈ ਜਾ ਰਹੀ ਹੈ ਉਹਦੇ ਖਿਲਾਫ ਜਿਹੜੀ ਇੱਕ ਇਹ ਮੁਹਿੰਮ ਵਿੱਢੀ ਹੈ, ਉਹਦੇ ਵਿੱਚ ਕੋਈ ਐਸਾ ਪੰਜਾਬੀ ਹੋਊਗਾ ਜਿਹੜਾ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਹੋਊਗਾ। ਤਾਂ ਜਦੋਂ ਪਹਿਲਾਂ ਪਤਾ ਲੱਗਿਆ 27 ਤਰੀਕ ਨੂੰ ਮੇਨ ਜਦੋਂ ਉੱਥੇ ਸ਼ੰਭੂ ਬੈਰੀਅਰ ਦੇ ਉੱਪਰ ਹੀ ਬੁਛਾਰਾਂ ਪਾਣੀ ਦੀਆਂ ਨਾ ਰੋਕਿਆ ਗਿਆ ਔਰ ਉਹਦੇ 'ਚ ਸੜਕਾਂ ਪੁੱਟ ਦਿੱਤੀਆਂ ਗਈਆਂ, ਬੈਰੀਕੇਡਸ ਲਗਾਏ ਗਏ, ਤਾਂ ਉਸ ਟਾਈਮ ਮਹਿਸੂਸ ਹੋਇਆ ਕਿ ਯਾਰ ਅੱਜ ਘਰ ਨਹੀਂ ਬੈਠਣਾ। ਉਸੇ ਦਿਨ ਅਸੀਂ ਆਏ, ਬਲਕਿ ਪਹਿਲੇ ਦਿਨ ਜਦੋਂ ਇੱਥੇ ਸਾਡੇ ਤੇ ਆਸੂ ਗੈਸ ਦੇ ਜਿਸ ਟਾਈਮ ਇਹਨਾਂ ਨੇ ਪਹਿਲਾਂ ਫਾਇਰ ਕੀਤੇ ਨੇ, ਔਨ ਸਾਰ ਜਿਹੜਾ ਸਵਾਗਤ ਕੀਤਾ ਗਿਆ ਸੀ ਦਿੱਲੀ ਪੁਲਿਸ ਤੋਂ, ਉਹਦੇ ਫੁੱਲ ਬਰਸਾਏ ਗਏ ਸੀ। ਸਾਡੇ ਤੇ ਵੀ ਪਏ ਨੇ ਕੁਛ। ਅਸੀਂ ਸਭ ਤੋਂ ਅੱਗੇ ਜਿੱਥੇ ਪੀਸਫੁਲ ਤਰੀਕੇ ਨਾਲ ਬੈਠੇ ਸੀਗੇ, ਤਾਂ ਇਹਨਾਂ ਨੇ ਉਸ ਟਾਈਮ ਇਸ ਤਰੀਕੇ ਸਭ ਕੁਝ ਲਾਈਵ ਦੇਖਿਆ ਸੀ ਉਸ ਵੇਲੇ? ਮੈਂ ਕਹਿੰਦਾ ਲਾਈਵ ਵੀਡੀਓ ਉਸ ਟਾਈਮ ਚੱਲ ਰਹੀ ਸੀ ਕੁਦਰਤੀ, ਉਹ 'ਚ ਸਾਰਾ ਕੁਝ ਰਿਕਾਰਡ ਵੀ ਹੋਇਆ। ਜਦੋਂ ਇਹਨਾਂ ਨੇ ਚਲਾਏ ਨੇ ਨਾ ਸਾਰੇ ਆਸੂ ਗੈਸ ਦੇ, ਮੇਰੇ ਕੋਲ ਉਹ ਸ਼ੈਲ ਸਾਂਭਿਆ ਵੀ ਪਿਆ ਗੱਡੀ ਦੇ ਵਿੱਚੋਂ, ਉਹ ਇੱਕ ਯਾਦਗਾਰ ਵਾਸਤੇ। ਤੇ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਇੱਥੇ ਫਰੂਟ ਦਾ ਵੀ ਲੰਗਰ ਲਗਾਇਆ ਸੀਗਾ ਇੱਕ। ਤੇ ਮਲੇਰਕੋਟਲੇ ਤੋਂ ਜਿਹੜੇ ਸਾਡੇ ਸਾਥੀ ਨੇ ਮੁਸਲਿਮ ਫੈਡਰੇਸ਼ਨ ਪੰਜਾਬ ਦੇ, ਸ਼ੌਕਤ ਸਾਹਿਬ ਨੇ, ਲੁਧਿਆਣੇ ਤੋਂ ਆਪਣੇ ਅਲਤਾਫ ਜੀ ਨੇ, ਤੇ ਹੋਰ ਦਿਲਸ਼ਾਦ ਸਾਹਿਬ, ਸਾਰੇ ਜਿਹੜੇ ਆਪਣੇ ਮੈਂਬਰਸ ਨੇ, ਇਹਨਾਂ ਦਾ ਫੋਨ ਆਇਆ ਕਿ ਅਸੀਂ ਵੀ ਖਿਦਮਤ ਕਰਨੀ ਆ ਵੀਰ, ਅਸੀਂ ਵੀ ਆ ਰਹੇ ਹਾਂ। ਤੇ ਇਹਨਾਂ ਨੂੰ ਫਿਰ ਮੈंने ਗੁਜ਼ਾਰਿਸ਼ ਕੀਤੀ ਤੁਸੀਂ ਰੁਕੋ, ਇੱਕ ਦਿਨ ਆਪਾਂ ਅਰੇਂਜ ਕਰਕੇ ਇੱਥੇ ਆਪਾਂ ਪੱਕਾ ਮਿੱਠੇ ਚੌਲਾਂ ਦਾ ਜਿਹੜਾ ਇੱਥੇ ਮਸ਼ਹੂਰ ਨੇ ਆਪਣੇ ਮਲੇਰਕੋਟਲੇ, ਅਸੀਂ ਵੀ ਉਹਦਾ ਲੰਗਰ ਲਾਵਾਂਗੇ। ਤਾਂ ਉਸ ਦਿਨ ਤੋਂ ਅਸੀਂ ਲਗਾਤਾਰ, ਯਾਨੀ ਕਿ 3 ਦਿਨ ਹੋ ਗਏ ਨੇ ਅੱਜ ਸਾਨੂੰ ਇੱਥੇ, ਤੇ ਅਸੀਂ ਲਗਾਤਾਰ ਇੱਥੇ ਚੱਲ ਰਹੇ ਹਾਂ। ਮੁਬੀਨ ਸਾਹਿਬ, ਇੱਥੇ ਸਾਰੇ ਲੀਡਰਾਂ ਦੀਆਂ ਜਿਹੜੀਆਂ ਤਕਰੀਰਾਂ ਨੇ ਉਹ ਤੁਹਾਡੇ ਬਿਲਕੁਲ ਕੋਲ ਹੋ ਰਹੀਆਂ, ਸੁਣ ਰਹੇ ਹੋ, ਕੀ ਲੱਗਦਾ ਕਿੱਧਰ ਨੂੰ ਜਾ ਰਿਹਾ ਸੰਘਰਸ਼, ਕੀ ਹੋ ਸਕਦਾ? ਅਜੇ ਦੇਖੋ, ਸਾਰਾ ਪਹਿਲਾਂ ਆਪਾਂ ਸੁਣਦੇ ਸੀਗੇ ਪੰਜਾਬ ਦੇ ਵਿੱਚ ਜਦੋਂ ਕਹਿੰਦੇ ਸੀਗੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ, ਮੋਢੇ ਨਾਲ ਮੋਢਾ ਇਹ 8-10 ਦਿਨ ਤਾਂ ਮੋਢੇ ਸ਼ੰਭੂ ਬਾਰਡਰ ਦੇ ਪਰਲੇ ਸਾਈਡ ਹੀ ਰਹੇ ਨੇ। ਹੌਲੀ ਹੌਲੀ ਹੁਣ ਮੋਢੇ ਇੱਧਰ ਨੂੰ ਜੁੜਦੇ ਆ ਰਹੇ ਨੇ। ਮਗਰ ਮੈਂ ਦੇਖੋ ਤਾਰੀਫ ਕਰਦਾ ਗੁਰਸ਼ਬਦ ਵੀਰ ਦੀ, ਸੈਕਿੰਡ ਡੇ ਬਿਲਕੁਲ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਆਏ, ਅਸੀਂ ਇਕੱਠੇ ਹੀ ਸੀਗੇ ਬਲਕਿ ਅਗਲੇ ਦਿਨ ਵੀ, ਤਾਂ ਇਹਨਾਂ ਨੇ ਪੂਰਾ ਇੱਥੇ ਆਪਣਾ ਦੇਖੋ ਲਾਇਆ ਹੋਇਆ। ਤਾਂ ਜਿਹੜੇ ਬੰਦੇ ਦਿਲੋਂ ਨੇ ਯਾਰ, ਉਹ ਤਾਂ ਪਹਿਲਾਂ ਪਹੁੰਚ ਚੁੱਕੇ ਇੱਥੇ ਆ ਕੇ, ਜਿਨ੍ਹਾਂ ਨੇ ਦਿਲੋਂ ਸੰਘਰਸ਼ ਕਰਨਾ ਸੀਗਾ। ਔਰ ਦੂਸਰਾ, ਅਸੀਂ ਉੱਥੇ ਇੱਕ ਕਮਿਟਮੈਂਟ ਕੀਤੀ ਸਾਡੇ ਕਿਸਾਨ ਵੀਰਾਂ ਨਾਲ, ਅਸੀਂ ਵੀ ਕਿਹਾ ਸੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਤਾਂ ਅਸੀਂ ਆਪਣੇ ਉਹਦੇ ਤੋਂ, ਅਸੀਂ ਲੀਡਰ ਤਾਂ ਹੈ ਨਹੀਂ, ਮਗਰ ਅਸੀਂ ਇੰਨਾ ਕਹਿ ਕੇ ਅਸੀਂ ਵਾਅਦਾ ਖਿਲਾਫ ਨਹੀਂ ਹੈਗੇ। ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਨਾਲ ਖੜਾਂਗੇ। ਹੁਣ ਚਾਹੇ ਸਾਰੇ ਮੁਸਲਮਾਨ ਭਾਈਚਾਰੇ ਨੇ ਵਾਅਦਾ ਕੀਤਾ ਸੀ ਮਲੇਰਕੋਟਲੇ ਦੇ ਨੇ ਕਿ ਜੇ ਇਹ ਮੋਰਚਾ ਦਿੱਲੀ ਜਾਂਦਾ ਤੇ ਅਸੀਂ ਨਾਲ ਜਾ ਕੇ ਆਵਾਂਗੇ। ਤੁਸੀਂ ਆਪਣੇ ਸਾਰੇ ਮੁਸਲਮਾਨ ਭਾਈਚਾਰੇ ਦਾ ਜਿਹੜਾ ਉਹ ਵਾਅਦਾ ਕੀਤਾ ਹੋਇਆ ਸੀਗਾ, ਉਹ ਤੁਹਾਡੇ ਵੀਰ ਨੇ ਇੱਥੇ ਨਿਭਾਇਆ। ਕੋਈ ਕਹਿ ਨਹੀਂ ਸਕਦਾ ਕਿ ਮੁਸਲਮਾਨ ਮਲੇਰਕੋਟਲੇ ਤੋਂ ਆਏ ਨਹੀਂ, ਅਸੀਂ ਉੱਥੇ ਸਾਹਮਣੇ ਖੜੇ ਸੀਗੇ। ਔਰ ਹੁਣ ਚਾਹੇ ਉਸ ਟਾਈਮ ਵੀ, ਚਾਹੇ ਉਹ ਆਸੂ ਗੈਸ ਚੱਲਦੇ, ਚਾਹੇ ਉਸ ਟਾਈਮ ਗੋਲੀ ਚੱਲਦੀ, ਉਹ ਸਾਡੇ ਲੱਗਦੀ, ਔਰ ਹੁਣ ਵੀ ਖੜੇ ਆ, ਕੋਈ ਗੱਲ ਨਹੀਂ। ਬਿਲਕੁਲ ਆ ਦੇਖੋ, ਤੁਸੀਂ ਦੇਖੋ ਕਿੰਨੇ ਕੁ ਮੀਟਰ ਦੇ ਉੱਪਰ, ਇੱਥੋਂ 20 ਮੀਟਰ ਤੇ ਬਾਰਡਰ ਨਹੀਂ ਹੋਣਾ। ਕੱਲ ਵੀ ਕਹਿੰਦੇ ਸੀ, ਕਹਿੰਦੇ ਫੋਰਸ ਵਧਾਤੀ ਸੀ, ਤੁਸੀਂ ਗੱਡੀਆਂ ਪਿੱਛੇ ਸੀਗੀਆਂ ਨਾ। ਆ ਕਿਸਾਨ ਵੀਰ ਖੜੇ ਨੇ, ਇਹਨਾਂ ਤੋਂ ਅੱਗੇ ਹੀ ਖੜਾਂਗੇ, ਇਹਨਾਂ ਤੋਂ ਪਿੱਛੇ ਨਹੀਂ ਖੜਦੇ ਅਸੀਂ। ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਤਸਵੀਰਾਂ ਤੁਹਾਨੂੰ ਕੁਝ ਕੁ ਹੋਰ ਦਿਖਾ ਦਿੰਦੇ ਆ। ਇੱਥੇ ਜਿਹੜਾ ਲੰਗਰ ਹੈ ਵਰਤਾਇਆ, ਖਾਲੀ ਜਿਹੜਾ ਵਰਤਾਇਆ ਹੀ ਨਹੀਂ ਜਾ ਰਿਹਾ, ਸਗੋਂ ਜਿਹੜਾ ਇਹ ਲੰਗਰ ਹੈ ਉਹ
ਇਹਨਾਂ ਲੋਕਾਂ ਵੱਲੋਂ ਖੁਦ ਬਣਾਇਆ ਵੀ ਆਪ ਜਾ ਰਿਹਾ ਹੈ। ਗੁਰਸ਼ਬਦ ਨੇ ਇੱਥੇ ਗੁਰਸ਼ਬਦ ਖਾਲੀ ਇੱਥੇ ਸੇਵਾ ਹੀ ਨਹੀਂ ਕਰ ਰਹੇ, ਸਗੋਂ ਗੁਰਸ਼ਬਦ ਜਿਹੜਾ ਉਹ ਫੀਲਿੰਗ ਵੀ ਲੈ ਰਿਹਾ। ਭਾਜੀ ਹਲਵਾਈ ਵਾਲੀ ਪੂਰੀ ਫੀਲਿੰਗ ਲੈ ਰਹੇ ਹੋ। ਫੀਲਿੰਗ ਨਹੀਂ, ਮੈਂ ਚੌਲ ਸਵਾਦ ਬਹੁਤ ਬਣੇ, ਮੈਂ ਕਿਹਾ ਸਿੱਖ ਲਈਏ, ਗਾਂ ਵੀ ਕੰਮ ਆਉਣਗੇ, ਗਾਂ ਵੀ ਲੰਗਰ ਲਾਉਣੇ। ਸੋ ਤੁਸੀਂ ਦੇਖਿਆ ਗੁਰਸ਼ਬਦ ਖੁਦ ਇੱਥੇ ਜਿਹੜੀ ਟ੍ਰੇਨਿੰਗ ਹੈ ਉਹ ਲੈ ਰਿਹਾ। ਪਰ ਤੁਹਾਨੂੰ ਇੱਕ ਅਜਿਹਾ ਸ਼ਖਸ ਜਿਹੜਾ ਮਿਲਾ ਦਿੰਦੇ ਆ ਇੱਥੇ, ਜਿਹੜਾ ਇਸ ਵੇਲੇ ਥੋੜਾ ਸ਼ਰਮਾ ਰਹੇ ਨੇ, ਲੇਕਿਨ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਮੈਂ ਆ ਸ਼ਖਸ ਤੁਹਾਨੂੰ ਅੱਜ ਮਿਲਾਉਣਾ ਚਾਹੁੰਦਾ, ਮੁਸਲਮਾਨ ਭਾਈਚਾਰੇ ਦਾ। ਜਦੋਂ ਇਹਨੂੰ ਪਤਾ ਲੱਗਿਆ ਕਿ ਸੰਘਰਸ਼ ਹੋ ਰਿਹਾ ਹੈ, ਸੰਘਰਸ਼ ਸ਼ੁਰੂ ਹੋ ਗਿਆ, ਤਾਂ ਇਹ ਬੰਦਾ ਦੁਬਈ ਤੋਂ ਆਪਣੀ ਨੌਕਰੀ ਛੱਡ ਕੇ, ਇੱਕ ਚੰਗੀ ਖਾਸੀ ਨੌਕਰੀ ਛੱਡ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਇਆ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਜਾਵੇਦ ਅਖਤਰ ਹੈ ਜੀ। ਜਾਵੇਦ ਸਾਹਿਬ, ਤੁਸੀਂ ਆਪਣੀ ਨੌਕਰੀ ਚੰਗੀ ਭਲੀ ਛੱਡ ਕੇ ਇੱਥੇ ਆਏ ਹੋ ਦੁਬਈ ਦੇ ਵਿੱਚ, ਤੁਸੀਂ ਵੈਲ ਸੈਟਲ ਸੀ, ਸਭ ਕੁਝ ਛੱਡ ਕੇ ਇਸ ਸੰਘਰਸ਼ ਦਾ ਹਿੱਸਾ ਬਣੇ ਹੋ। ਅੱਜ ਦੇਗੇ ਦੇ ਉੱਤੇ ਤੁਸੀਂ ਖੜੇ ਸੀ, ਹਾਂਜੀ ਹਾਂਜੀ। ਕੀ ਚੱਲ ਰਿਹਾ ਦਿਮਾਗ ਦੇ ਵਿੱਚ ਇਸ ਵੇਲੇ? ਬਸ ਇੱਕ ਜਜ਼ਬਾ ਜਿਹਾ, ਥੋੜਾ ਇੱਕ ਜੋਸ਼ ਜਿਹਾ ਜਿਹੜਾ ਹੁੰਦਾ ਕਿ ਹਾਂ ਅਸੀਂ ਵੀ ਨਾਲ ਖੜਨਾ ਕਿਸਾਨਾਂ ਦੇ, ਤੇ ਬਸ ਇਹੀ ਹੈ ਜੀ। ਸੋ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ? ਮੈਨੂੰ ਤਾਂ ਹਜੇ, ਮੈਂ ਕੱਲ ਆਇਆ ਸਵੇਰੇ ਜੀ। ਅੱਛਾ, ਹਾਂਜੀ ਆਉਂਦੇ ਸਾਰ ਤੁਸੀਂ ਇੱਥੇ ਆ ਗਏ? ਹਾਂਜੀ ਹਾਂਜੀ। ਸੋ ਬਹੁਤੀ ਗੱਲ ਕਰਨ ਦੇ ਮੂਡ 'ਚ ਨਹੀਂ ਨੇ ਜਾਵੇਦ ਨੇ। ਇਹ ਉਹ ਨੌਜਵਾਨ ਜਿਹੜਾ ਦੁਬਈ ਵੈਲ ਸੈਟਲ ਸੀ, ਔਰ ਮੈਨੂੰ ਹੁਣੇ ਪਤਾ ਲੱਗਿਆ ਕਿ ਇਹ ਸਭ ਕੁਝ ਛੱਡ ਕੇ ਇਸ ਮੋਰਚੇ ਦਾ ਹਿੱਸਾ ਬਣੇ ਨੇ, ਔਰ ਇੱਥੇ ਜਿਹੜਾ ਲੰਗਰ ਹੈ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ, ਔਰ ਲੋਕ ਬੜੇ ਇੱਛਾ ਦੇ ਨਾਲ ਲੰਗਰ ਖਾ ਰਹੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਕਿਵੇਂ ਲੱਗ ਰਹੇ ਨੇ ਚਾਵਲ ਅੱਜ? ਮੁਸਲਮਾਨ ਭਾਈਚਾਰਾ, ਅਸੀਂ ਇਹ ਨਹੀਂ ਕਹਿੰਦੇ ਇਨਸਾਨ ਅੰਦੋਲਨ, ਅਸੀਂ ਕਿਸਾਨ ਅੰਦੋਲਨ ਨਹੀਂ ਕਹਿੰਦੇ, ਅਸੀਂ ਇਨਸਾਨ ਅੰਦੋਲਨ ਕਹਿ ਰਹੇ ਹਾਂ ਨੂੰ। ਕਿਹੋ ਜਿਹਾ ਲੱਗ ਰਿਹਾ ਇਨਸਾਨ ਅੰਦੋਲਨ ਦੇ ਵਿੱਚ? ਬਹੁਤ ਵਧੀਆ ਲੱਗਿਆ ਪਿਆਰ ਦੇਖ ਕੇ। ਇਨਸਾਨੀਅਤ ਦਾ ਪਿਆਰ ਆ, ਸਾਰਿਆਂ 'ਚ ਪਿਆਰ ਆ। ਇਸ ਤੋਂ ਉੱਪਰ ਹੋਰ ਚਾਹੀਦਾ ਕਿ ਇਨਸਾਨੀਅਤ ਦਾ ਪਿਆਰ ਹੋ ਗਿਆ, ਸਾਰਿਆਂ ਨਾਲ ਪਿਆਰ ਹੋ ਗਿਆ, ਸੰਸਾਰ ਸੁਖੀ ਹੋ ਗਿਆ। ਜੀ ਜੀ ਜੀ। ਸੋ ਤੁਸੀਂ ਦੇਖ ਸਕਦੇ ਹੋ ਬੜੇ ਚਾਅ ਦੇ ਨਾਲ ਜਿਹੜੇ ਇੱਥੇ ਚਾਵਲ ਨੇ ਵੱਡੇ ਵੱਡੇ ਦੇਗਿਆਂ 'ਚ ਜਿਹੜੇ ਬਣਾਏ ਜਾਂਦੇ ਨੇ, ਉਹ ਇੱਥੇ ਖਿਲਾਏ ਜਾ ਰਹੇ ਨੇ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਵਧੀਆ ਵਧੀਆ, ਠੀਕ ਠਾਕ, ਚੜ੍ਹਦੀ ਕਲਾ। ਕਿੰਨੇ ਦਿਨ ਹੋ ਗਏ ਆਇਆ? 2 ਦਿਨ ਹੋ ਗਏ ਭਾਜੀ। ਮੈਡੀਕਲ ਕੈਂਪ ਲਾਇਆ ਇੱਥੇ। ਮੈਡੀਕਲ ਕੈਂਪ ਲਾਇਆ? ਹਾਂਜੀ, ਹਾਂਜੀ। ਤੇ ਅੱਜ ਕਿਵੇਂ ਲੱਗ ਰਿਹਾ ਜਦੋਂ ਟੋਪੀਆਂ ਤੇ ਪੱਗਾਂ ਵਾਲੇ ਤਾਂ ਇਕੱਠੇ ਹੋ ਗਏ, ਵਕਤ ਪਾਤਾ? ਭਾਜੀ ਬਹੁਤ ਵਧੀਆ ਲੱਗ ਰਿਹਾ। ਇਹ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸਮੇਂ ਤੇ ਐਕਸ਼ਨ ਲੈਣਾ ਪੈਣਾ ਹੈ, ਕਿਉਂਕਿ ਸਾਰੀਆਂ ਸਰਕਾਰਾਂ ਪੰਜਾਬ ਤੋਂ ਲੈ ਕੇ ਇੱਥੋਂ ਤੱਕ ਸਾਰੀਆਂ ਸਰਕਾਰਾਂ ਮਾਰੂ ਆ ਜੱਟਾਂ ਨੂੰ। ਤੇ ਇਹ ਬਿੱਲ ਪਾਸ ਕੀਤੇ ਤੋਂ ਬਗੈਰ ਹੀ ਨਹੀਂ ਜਾਵਾਂਗੇ, ਭਾਵੇਂ ਜੋ ਮਰਜ਼ੀ ਹੋ ਜੇ। ਸਾਡੇ ਭਰਾ ਸਾਡੇ ਨਾਲ ਆ, ਸਾਰੇ ਸਾਡੇ ਯੂਪੀ ਵਾਲੇ ਵੀਰ, ਹਰਿਆਣੇ ਵਾਲੇ ਵੀਰ ਸਾਡੇ ਨਾਲ ਖਲੋਤੇ ਆ। ਅਸੀਂ ਵੀ ਉਹਨਾਂ ਨਾਲ ਡਟ ਤਾਂ ਹਰਿਆਣਾ ਪੰਜਾਬ ਦੇ ਏਕੇ ਲੱਗਣ ਲੱਗੇ। ਹਾਂਜੀ ਹਾਂਜੀ, ਭਰਾ ਹੀ ਵਿਛੜ ਗਏ ਫੇਰ ਮਿਲ ਗਏ ਆ। ਹਾਂਜੀ ਹਾਂਜੀ, ਠੀਕ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ, ਤੁਹਾਨੂੰ ਉਸ ਟੀਮ ਨਾਲ ਵੀ ਮਿਲਾ ਲੈਂਦੇ ਆ ਜਿਹੜੀ ਟੀਮ ਇੱਥੇ ਜਿਸ ਦਿਨ ਦਾ ਮੋਰਚਾ ਲੱਗਿਆ, ਉਹ ਟੀਮ ਨੇ ਇੱਥੇ ਮਿੱਠੇ ਚਾਵਲਾਂ ਦਾ ਜਿਹੜਾ ਲੰਗਰ ਹੈ ਉਹ ਕਿਸਾਨਾਂ ਦੇ ਲਈ ਨਹੀਂ ਅਸੀਂ ਕਹਾਂਗੇ, ਅਸੀਂ ਇਨਸਾਨਾਂ ਦੇ ਲਈ ਕਹਾਂਗੇ ਜੀ। ਅਸੀਂ ਇਹ ਕਹੀਏ ਕਿ ਇਹ ਹੁਣ ਕਿਸਾਨ ਅੰਦੋਲਨ ਨਹੀਂ ਹੈ, ਇਹ ਇਨਸਾਨ ਅੰਦੋਲਨ ਹੈ। ਅੰਦੋਲਨ ਹੈ। ਔਰ ਮੈਨੂੰ ਕਈ ਬੰਦੇ ਨੇ ਪੁੱਛਿਆ ਆਪ ਮੁਸਲਿਮ ਹੈ ਆਪ, ਮੈंने ਕਿਹਾ ਜੀ ਦੱਸੋ ਵੀ ਹੁਣ ਸਾਨੂੰ ਖਿਦਮਤ ਕਰਨ ਵਾਸਤੇ ਵੀ ਟੋਪੀ ਲੈ ਕੇ ਜੇਬ 'ਚ ਪਾਉਣੀ ਪਿਆ ਕਰੂਗੀ। ਅਸੀਂ ਯਾਰ ਖਿਦਮਤ ਅਸੀਂ ਕਰ ਨਹੀਂ ਸਕਦੇ ਯਾਰ, ਕਿਉਂ? ਸਾਡਾ ਉਹ ਨਹੀਂ ਹੈ, ਠੀਕ ਹੈ? ਤੁਸੀਂ ਕਾਨੂੰਨ ਐਸੇ ਐਸੇ ਬਣਾ ਸਕਦੇ ਹੋ, ਤੁਸੀਂ ਗਰੀਬ ਦੀ ਪਲੇਟ 'ਚੋਂ ਰੋਟੀ ਖੋਹ ਸਕਦੇ ਹੋ। ਅਸੀਂ ਯਾਰ ਆਪਣੇ ਕਿਸਾਨ ਵੀਰਾਂ ਵਾਸਤੇ ਲੰਗਰ ਵੀ ਨਹੀਂ। ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹਣਾ, ਜਿਹੜੀ ਇੱਕ ਖਾਸ ਗੱਲ ਹੈ, ਤੁਸੀਂ ਵੀ ਨੋਟ ਕਰਿਓ। ਇੱਥੇ ਕਿੰਨਾ ਕਿਸਾਨ ਮੰਨਦੇ ਹੋ ਤੁਸੀਂ? 1 ਲੱਖ ਮੰਨਦੇ ਹੋ? ਔਰ ਮੈਂ ਦਾਅਵਾ ਕਰਦਾ ਤੁਸੀਂ ਅੱਜ ਸਾਰਾ ਉਹਦੇ ਤੇ ਉਹ ਕਰੋ, ਇਸ ਚੀਜ਼ ਦੇ ਉੱਪਰ ਸਰਵੇ ਕਰੋ ਆਪਣਾ। ਇੱਥੇ ਰੋਜ਼ 3 ਲੱਖ ਬੰਦਾ ਲੰਗਰ ਛਕ ਰਿਹਾ, 2 ਲੱਖ ਬੰਦਾ। ਮੈਂ ਦਾਅਵੇ ਨਾਲ ਕਹਿਣਾ ਕਿ ਆਲੇ ਦੁਆਲਿਓਂ ਦਿੱਲੀ ਔਰ ਇੱਥੋਂ ਸਰਾਊਂਡਿੰਗ ਏਰੀਏ ਦੇ ਵਿੱਚੋਂ ਰੋਜ਼ ਇੱਥੇ ਆ ਕੇ ਤੁਸੀਂ ਇੱਥੋਂ ਹੁਣ ਜੇ ਧੁਰ ਤੱਕ ਚਲੇ ਜਾਵੋਗੇ ਤਾਂ ਜਿਹੜੇ ਕਿਸਾਨ ਵੀਰਾਂ ਦੀਆਂ ਟਰਾਲੀਆਂ ਦੇ ਨਾਲ ਜਿਹੜੇ ਲੰਗਰ ਲੈ ਕੇ ਵੀ ਆਏ ਨੇ, ਜਿਹੜੇ 50 ਬੰਦੇ ਨੇ, ਉਹ ਕਹਿੰਦੇ ਅਸੀਂ 200 ਬੰਦੇ ਦਾ ਲੰਗਰ ਬਣਾਈਦਾ। ਤੇ ਇੱਥੇ ਇਹਦਾ ਮਤਲਬ ਕੀ ਹੈ ਕਿ ਇੱਥੇ ਆਲੇ ਦੁਆਲੇ, ਮੈंने ਸਵੇਰੇ ਪੁੱਛਿਆ ਕੁਝ ਬੰਦਿਆਂ ਨੂੰ ਜਿਹੜੇ ਇੱਥੇ ਰਹਿੰਦੇ, ਝੁੱਗੀ ਝੋਪੜੀ ਵਾਲੇ ਬੰਦੇ ਸੀ, ਮੈਂ ਕਿਹਾ ਜਿਹੜੇ ਇੱਥੇ ਆਏ ਨੇ ਬੰਦੇ, ਤੁਸੀਂ ਵੀ ਇਹ ਤੋਂ ਕੀ ਤੁਹਾਨੂੰ ਲੱਗਦਾ? ਕਹਿੰਦੇ ਅਸੀਂ ਬਹੁਤ ਖੁਸ਼ ਹਾਂ, ਸਾਡੇ ਬੱਚੇ ਕਹਿੰਦੇ 3 ਟਾਈਮ ਭਰ ਪੇਟ ਕਹਿੰਦੇ ਖਾਣਾ ਖਾ ਰਹੇ ਨੇ, ਕਹਿੰਦੇ ਬਹੁਤ ਕਹਿੰਦੇ ਇੱਥੇ ਧਰਨੇ ਲੱਗੇ ਨੇ ਪਹਿਲਾਂ, ਕਹਿੰਦੇ ਮਗਰ ਅਸੀਂ ਜ਼ਿੰਦਗੀ ਭਰ ਯਾਦ ਰੱਖਾਂਗੇ ਵੀ ਪੰਜਾਬ ਦੇ ਲੋਕ ਇੱਥੇ ਆਏ ਸੀਗੇ ਔਰ ਉਹਨਾਂ ਨੇ ਧਰਨੇ ਲਾਏ ਸੀਗੇ। ਬਹੁਤ ਦਿਲ ਨਾਲ ਇੱਕ ਬਹੁਤ ਪਸੀਜ ਗਿਆ ਉਹਨਾਂ ਦੀ ਗੱਲ ਸੁਣ ਕੇ। ਔਰ ਮੈਂ ਇਹ ਔਰ ਕਿਸਾਨ ਵੀਰਾਂ ਲਈ ਯਾਰ ਦੇਖੋ ਕਿੱਡੀ ਬੜੀ ਗੱਲ, ਕਿੱਡੀ ਫਖਰ ਦੀ ਗੱਲ ਹੈ ਸਾਡੇ ਲਈ ਯਾਰ, ਪੰਜਾਬ ਦੇ ਲਈ, ਕਿ ਖੁਦ ਮੁਸੀਬਤ 'ਚ ਨੇ ਯਾਰ, ਖੁਦ ਅਸੀਂ ਮੁਸੀਬਤ 'ਚ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਯਾਰ ਇੱਥੇ ਖੜ ਕੇ, ਔਰ ਉਹਦੇ ਬਾਵਜੂਦ ਅਸੀਂ ਅੱਜ ਵੀ ਲੋਕਾਂ ਨੂੰ ਯਾਰ ਰਜਾ ਰਹੇ ਹਾਂ। ਅਸੀਂ ਉੱਥੇ ਕਣਕ ਬੀਜਣੀ ਹੈ, ਸਾਡੇ ਉੱਪਰ ਦੇਖੋ ਅਸੀਂ ਫਸਲ ਬੀਜਣ ਤੋਂ ਅਸੀਂ ਇਸ ਟਾਈਮ ਸਾਨੂੰ ਰੋਕਿਆ ਹੋਇਆ ਇੱਕ ਤਰੀਕੇ ਨਾਲ, ਠੀਕ ਹੈ? ਇੱਥੇ ਸਾਨੂੰ ਉਲਝਾਇਆ ਹੋਇਆ। ਸਾਡੇ ਜਿਹੜੇ ਕਾਨੂੰਨ 3 ਖੇਤੀ ਕਾਨੂੰਨ ਪਾਸ ਕੀਤੇ ਉਹਨਾਂ ਨੂੰ ਰੱਦ ਨਹੀਂ ਕਰ ਰਹੀ ਸਰਕਾਰ, ਬਾਰ-ਬਾਰ ਮੀਟਿੰਗਾਂ ਕਰ ਰਹੀ ਹੈ।
ਤਾਂ ਉਹਦੇ ਬਾਵਜੂਦ ਵੀ ਇੰਨੀ ਪਰੇਸ਼ਾਨੀ ਦੇ ਕਿੰਨੇ 60 ਦਿਨ ਹੋ ਗਏ ਅੱਜ ਪਰਿਵਾਰ ਤੋਂ ਦੂਰ ਹੋਏ ਕਿਸਾਨ ਵੀਰਾਂ ਨੂੰ, ਉਹਦੇ ਬਾਵਜੂਦ ਫਿਰ ਵੀ ਦੂਸਰਿਆਂ ਲਈ ਰਹਿਮ ਦਿਲੀ, ਦੂਸਰਿਆਂ ਲਈ ਦੇਖੋ ਲੰਗਰ ਦਾ ਪ੍ਰਬੰਧ ਕਰਨਾ, ਖਾਣ ਪੀਣ ਦਾ ਪ੍ਰਬੰਧ ਕਰਨਾ ਬਹੁਤ ਵੱਡੀ ਗੱਲ ਹੈ ਔਰ ਮੈਂ ਦਿਲੋਂ ਸਲੂਟ ਕਰਦਾ ਆਪਣੇ ਕਿਸਾਨ ਭਰਾਵਾਂ ਨੂੰ। ਬਹੁਤ ਬਹੁਤ ਸ਼ੁਕਰੀਆ ਮੋਬਿਨ ਸਾਹਿਬ। ਕੀ ਨਾਂ ਜੀ ਤੁਹਾਡਾ? ਮੁਹੰਮਦ ਆਰਿਫ। ਆਰਿਫ ਸਾਹਿਬ, ਇੱਥੇ ਕਿੰਨੇ ਦਿਨ ਹੋ ਗਏ ਔਰ ਕਿਹੋ ਜਿਹਾ ਇੰਤਜ਼ਾਮ ਤੁਸੀਂ ਇੱਥੇ ਕੀਤਾ ਹੋਇਆ ਹੈ? ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਤੁਹਾਡੇ ਵਰਗੇ ਨੌਜਵਾਨ, ਉਹਨਾਂ ਨੂੰ ਕੀ ਕਹੋਗੇ? ਬਿਲਕੁਲ ਦੇਖੋ, ਅਸੀਂ ਕੱਲ ਸਵੇਰੇ ਹੀ ਅਜੇ ਪੂਰੇ ਪਹੁੰਚੇ ਥੇ। ਉਸ ਤੋਂ ਪਹਿਲਾਂ ਤੋਂ ਜੋ ਸਾਡੀ ਫੈਡਰੇਸ਼ਨ ਦੇ ਐਡਵੋਕੇਟ ਮੁਬੀਨ ਫਾਰੂਕੀ ਸਾਹਿਬ ਪ੍ਰਧਾਨ ਜੀ ਨੇ, ਉਹ ਸਾਡੇ ਮਲੇਰਕੋਟਲੇ ਤੋਂ ਜਦੋਂ ਪੰਜਾਬ ਦੀ ਤਰਫ ਤੋਂ ਕਿਸਾਨਾਂ ਨੇ ਪਹਿਲਾ ਮੋਰਚਾ ਜਦੋਂ ਉੱਥੋਂ ਚੱਲਣ ਦੇ ਲਈ ਦਿੱਲੀ ਵੱਲ ਕੂਚ ਕੀਤਾ ਥਾ, ਉਹਦੇ ਵਿੱਚ ਜੋ ਦਿੱਲੀ ਦੇ ਵਿੱਚ ਸਭ ਤੋਂ ਪਹਿਲਾ ਕਾਫਿਲਾ ਆਇਆ ਥਾ, ਉਹਦੇ ਵਿੱਚ ਸਭ ਤੋਂ ਅੱਗੇ ਥੇ ਸਾਡੇ ਪ੍ਰਧਾਨ ਜੀ। ਮੈਂ ਉਹਨਾਂ ਦਾ ਇਸ ਬਾਤ ਦੇ ਉੱਪਰ ਵੀ ਤਹਿ ਦਿਲੋਂ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਮੁਸਲਮਾਨਾਂ ਦੀ ਲਾਜ ਰੱਖੀ ਹੈ। ਜੋ ਮੁਸਲਮਾਨ ਕਹਿੰਦੇ ਕਿ ਅਸੀਂ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ। ਔਰ ਮੈਂ ਦੂਸਰੀ ਬਾਤ ਇਹ ਕਹਿ ਦੇਣਾ ਚਾਹੁੰਦਾ ਕਿ ਜੋ ਅੱਜ ਵੀ ਘਰਾਂ ਦੇ ਅੰਦਰ ਬੈਠੇ ਨੇ, ਉਹਨਾਂ ਨੂੰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਇਹ ਸਿਰਫ ਕਿਸਾਨ ਦੀ ਲੜਾਈ ਨਹੀਂ ਹੈ, किसान की लड़ाई नहीं है, हाँ ये इंसान की लड़ाई है, इंसानियत की लड़ाई है। अगर इंसान के अंदर इंसान बाकी है तो वो खुद अपने घर के विचों निकल के इतने मोर्चे के विच शामिल होगा। अगर इंसान ही नहीं है ਉਹਦੇ अंदर फिर हैवानियत है फिर अपने घर के अंदर। क्योंकि अज सानू आम लोगों को समझ लेना चाहिए कि किसान की लड़ाई क्यों नहीं हैगी, क्योंकि किसान कोले सारे चीज़ां हैगियां ने। किसान खुद पैदा करता है और खुद खा सकता है, किसान लवे खुद डंगर हैगे ने दुध चो के पी सकता है। ਜਿਹੜੇ आम इंसान एक बाजार ਦੇ ਵਿੱਚੋਂ ਅਸੀਂ ਡੇਲੀ ਦੇ ਜਿਹੜੇ ਆਟਾ ਖਰੀਦਣ ਵਾਲੇ ਨੇ, ਕਣਕ ਖਰੀਦਣ ਵਾਲੇ ਨੇ, ਚਾਵਲ ਖਰੀਦਣ ਵਾਲੇ ਨੇ, ਇਹ ਅਸਲ ਉਹਨਾਂ ਲੋਕਾਂ ਦੀ ਲੜਾਈ ਹੈ। ਕਿਉਂਕਿ ਜਦੋਂ ਕਿਸਾਨਾਂ ਦੇ ਕੋਲੋਂ ਇਹ ਜਿਹੜੇ ਅੱਜ ਘਰਾਣੇ ਬੈਠੇ ਨੇ ਬੜੇ ਬੜੇ ਅੱਜ ਹਿੰਦੁਸਤਾਨ ਦੇ ਵਿੱਚ, ਜਦੋਂ ਇਹਨਾਂ ਨੂੰ ਪ੍ਰਾਈਵੇਟ ਜਿਹੜੇ ਕਰਨਾ ਚਾਹੁੰਦੇ ਨੇ ਅੰਡਾਨੀ ਅੰਬਾਨੀ, ਇਹ ਉਹ ਲੋਕਾਂ ਦੀ ਅਸਲ ਉਹ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਕਿ ਜਦੋਂ ਇਹ ਅੰਡਾਨੀ ਅੰਬਾਨੀ ਇਹਨਾਂ ਕਿਸਾਨਾਂ ਦੇ ਕੋਲੋਂ 20 ਰੁਪਏ ਕਿਲੋ ਕਣਕ, 15 ਰੁਪਏ ਕਿਲੋ ਕਣਕ ਜਾਂ 15-20 ਰੁਪਏ ਕਿਲੋ ਚਾਵਲ ਖਰੀਦ ਕੇ ਤੁਹਾਨੂੰ 100 ਰੁਪਏ ਕਿਲੋ ਆਟਾ ਦੇਣਗੇ ਨਾ, ਤੁਹਾਨੂੰ ਫਿਰ ਪਤਾ ਚੱਲੇਗਾ ਕਿ ਕਿਸਾਨ ਕਿਉਂ ਬੈਠਾ था ਸੜਕਾਂ ਦੇ ਉੱਪਰ। ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ, ਤੁਹਾਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਇਸ ਵੇਲੇ ਜਿਹੜਾ ਮਾਹੌਲ ਹੈ ਉਹ ਬਿਲਕੁਲ ਸੰਘਰਸ਼ਾਂ ਦੇ ਉੱਤੇ ਰਾਹ ਤੇ ਪਿਆ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਦੂਜੇ ਪਾਸੇ ਜਿਹੜੀ ਉਹ ਸਟੇਜ ਲੱਗੀ ਹੈ, ਸਟੇਜ ਦੇ ਬਿਲਕੁਲ ਨਜ਼ਦੀਕ ਜਿਹੜਾ ਇਹ ਜਿਹੜਾ ਮੁਸਲਮਾਨ ਭਾਈਚਾਰੇ ਨੇ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਹੋਇਆ ਹੈ। ਤਸਵੀਰਾਂ 'ਚ ਤੁਹਾਨੂੰ ਦਿਖਾ ਦਿੰਦੇ ਹਾਂ ਹੋਰ ਕਿਸ ਤਰੀਕੇ ਦੇ ਜਿਹੜੇ ਇੰਤਜ਼ਾਮਾਤ ਨੇ ਜਿਹੜੇ ਇੱਥੇ ਕੀਤੇ ਗਏ ਨੇ। ਕੀ ਨਾਂ ਹੈ ਜੀ? ਤੁਸੀਂ ਟੈਂਪੂ ਤੇ ਚੜੇ ਬੈਠੇ ਹੋ? ਮੇਰਾ ਨਾਮ ਹਾਜੀ ਮੁਹੰਮਦ ਜਮੀਲ ਹੈ ਜੀ। ਜਮੀਲ ਸਾਹਿਬ, ਇੱਥੇ ਕੀ ਕਰ ਰਹੇ ਹੋ ਤੁਸੀਂ? ਅਸੀਂ ਲੰਗਰ ਚਲਾ ਰਹੇ ਹਾਂ ਕਿਸਾਨਾਂ ਖਾਤਰ ਜੀ, ਸੇਵਾ ਕਰ ਰਹੇ ਹਾਂ ਕਿਸਾਨਾਂ ਦੀ। ਇੰਨਾ ਜ਼ਿਆਦਾ ਪ੍ਰੈਸ਼ਰ ਹੈ, ਇੰਨਾ ਜ਼ਿਆਦਾ ਬੋਝ ਹੈ ਇੱਥੇ, ਇੰਨੀਆਂ ਜ਼ਿਆਦਾ ਦਿੱਕਤਾਂ ਨੇ, ਇਸ ਦੇ ਬਾਵਜੂਦ ਤੁਸੀਂ ਮੁਸਕਰਾ ਰਹੇ ਹੋ? ਜੀ ਜੀ, ਕਿਉਂਕਿ ਕਿਸਾਨ ਅੰਨਦਾਤਾ ਹੈ, ਕਿਸਾਨ ਸਾਰੇ ਮੁਲਕ ਨੂੰ ਖਿਲਾ ਰਿਹਾ। ਅਸੀਂ ਕਿਸਾਨਾਂ ਖਾਤਰ ਥੋੜੀ ਸੇਵਾ ਵੀ ਨਹੀਂ ਕਰ ਸਕਦੇ। ਉਹ ਤੁਹਾਡੀ ਮੁਸਕਰਾਹਟ ਐਵੇਂ ਬਣੀ ਰਹੇਗੀ, ਚਾਵਲ ਖਿਲਾਉਂਦੇ ਰਹੋਗੇ ਹੱਸ ਕੇ ਮੁਸਕਰਾ ਕੇ? ਇਨਸ਼ਾਅੱਲਾ ਇਸ ਤਰ੍ਹਾਂ ਹੀ ਬਣੀ ਰਹੂਗੀ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਅਸੀਂ ਮੁਸਲਿਮ ਫੈਡਰੇਸ਼ਨ ਵੱਲੋਂ ਜਿਹੜੀਆਂ ਇਹ ਲੰਗਰ ਹੈ ਇੱਥੇ ਲਗਾਇਆ ਗਿਆ, ਮਿੱਠੇ ਚਾਵਲਾਂ ਦਾ ਜਿਹੜਾ ਲੰਗਰ ਲਗਾਇਆ ਗਿਆ। ਔਰ ਇੱਥੇ ਇਸ ਉਹਨਾਂ ਦਾ ਕਹਿਣਾ ਹੈ ਕਿ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਮੋਰਚਾ ਇਹ ਸੰਘਰਸ਼ ਜਾਰੀ ਰਹੇਗਾ ਉਦੋਂ ਤੱਕ ਇਹ ਲੰਗਰ ਦਾ ਜਿਹੜਾ ਇੱਥੋਂ ਪ੍ਰਬੰਧ ਹੈ ਇਸੇ ਤਰੀਕੇ ਨਾਲ ਹੁੰਦਾ ਰਹੇਗਾ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਦਿੱਲੀ।